Please subscribe to our YouTube channel and press the bell icon for the latest updates. प्रोग्राम ਨਾਲ जुड़े दर्शकों का बहुत बहुत स्वागत है। सब तो पहला प्यार ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਆਪਾਂ ਫੇਰ ਪੰਜਾਬ ਫਾਰਮਰ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ खेती तो थोड़ी जी हट के पर नाल जुड़दी, क्योंकि जिहड़े पशु है जां पालतू जानवर पालने भी खेती का एक हिस्सा है। पर कुछ क धंधे इहो जिहे जिन्हां नूं अज भी साडा समाज प्रवानगी घट दिंदा है। कहंदे ने तखल्लस पैण लग जांदे, अल पैण लग जांदी है भी बकरियां वाले है, सूरां वाले है। अज आपां सूरां दी गल करांगे। मैं पिंड संघेड़े आया, इत्थों दे बलवंत सिंह है जिन्हां नूं CM अवार्ड भी मिलिया 2016 दे विच। इन्हां दा कारोबार 2013 तो शुरू किया, अज 9 साल होण लगे है। 9 सालों के सफ़र ते करांगे चर्चा। की खासियत है, क्योंकि बहुत सारे फार्मर है जिहड़े किता करके छड्ड चुके हैं। ये वधिया क्यों नहीं, पर इन्हां दा लगातार 9 सालों का सफ़र बड़ा स्ट्रोंग है। दो भरा है ते धर्मिंदर सिंह ते बलवंत सिंह, ये दोवें काम करते हैं इकट्ठे। वो दूजे एक पार्ट यूनिट वो संभालते हैं, एक ये संभालते हैं। सब तो पहला करते हैं बलवंत सिंह जी का स्वागत, फिर जानते हैं। सत श्री अकाल जी। सत श्री अकाल जी। की हाल चाल है? बहुत वधिया जी, चढ़दी कला। बड़ा औखा लगता है कि सूरां वाल तुरना। सूर शब्द है जिहड़ा पंजाब च हजे प्रवानगी नहीं मिली, भावें इहनूं वधिया जिहड़ा कित्ते वजों मन्निया जांदा है। किवें मन बनिया, किवें इधर नूं तुरे? देखो जी, 2012 ਦੇ ਵਿੱਚ ਜਦੋਂ ਬਿਲਡਿੰਗ ਮਟੀਰੀਅਲ ਦੇ ਵਿੱਚ ਮੈਂ ਕੰਮ ਕਰਦਾ ਸੀ, ਇਹਦੇ 'ਚੋਂ ਰੇਤੇ ਦੀ ਥੋੜ੍ਹੀ ਪ੍ਰੋਬਲਮ ਆਈ, ਵੀ ਮਿਲਣਾ ਬੰਦ ਹੋ ਗਿਆ ਜੀ। ਉਸ ਤੋਂ ਫਿਰ ਸਾਨੂੰ ਇਸ ਤਰ੍ਹਾਂ ਲੱਗਿਆ ਵੀ ਹੁਣ ਕਾਰੋਬਾਰ ਨੂੰ ਥੋੜ੍ਹਾ ਚੇਂਜ ਕਰਨਾ ਪੈਣਾ, ਅਤੇ ਫਿਰ ਅਸੀਂ ਫਾਰਮਿੰਗ ਬਾਰੇ ਸੋਚਿਆ। ਪਹਿਲੇ ਤਾਂ ਪੋਲਟਰੀ ਬਾਰੇ ਸੋਚਿਆ ਵੀ ਪੋਲਟਰੀ ਦਾ ਕਰਾਂਗੇ, ਕਿਉਂਕਿ ਅਸੀਂ ਤਕਰੀਬਨ 30 ਸਾਲ ਪਹਿਲਾਂ ਇਹ ਕੰਮ ਕੀਤਾ। ਅਤੇ ਫਿਰ ਅੱਜ ਦਾ ਦੌਰ ਦੇਖ ਕੇ ਹੋਇਆ ਵੀ ਨਹੀਂ, ਪੋਲਟਰੀ ਦੇ ਵਿੱਚ ਜਾਣਾ ਕੋਈ ਵਧੀਆ ਗੱਲ ਨਹੀਂ ਹੈ, ਕਿਉਂਕਿ ਰੇਟ ਕੋਈ ਸਹੀ ਨਹੀਂ ਹੈ, ਕੰਪਨੀਆਂ 'ਤੇ ਡਿਪੈਂਡ ਆ ਪੋਲਟਰੀ। ਇਸ ਕਾਰਨ ਪੋਲਟਰੀ ਦੇ ਨਾਲ ਨਾਲ ਅਸੀਂ ਪਹਿਲਾਂ 30 ਸਾਲ ਪਹਿਲਾਂ ਸੂਰਾਂ ਦਾ ਕੰਮ ਵੀ ਕੀਤਾ ਮੇਰੇ ਨਾਨਕੇ ਘਰ ਜੀ। ਅਤੇ ਫਿਰ ਉਸੇ ਨੂੰ ਦੇਖਦੇ ਹੋਏ ਵੀ ਪੋਲਟਰੀ ਦੇ ਨਾਲੋਂ ਸੂਰ ਪਾਲਣ ਬੈਟਰ ਹੈ, ਅਤੇ ਫਿਰ ਅਸੀਂ ਸੂਰਾਂ ਦੇ ਪਾਸੇ। ਕਦੇ ਹੁਣ ਸਮਾਜਿਕ ਦਿੱਕਤ ਨਹੀਂ ਆਈ ਵੀ ਤੁਸੀਂ ਸੂਰ ਪਾਲਣ ਲੱਗ ਗਏ? ਨਹੀਂ, ਇਹੋ ਜਿਹੀ ਕੋਈ ਦਿੱਕਤ ਨਹੀਂ ਹੈ। ਦੇਖੋ, ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਇੱਕ ਦੋ ਦਿੱਕਤਾਂ ਆਈਆਂ, ਪਿੰਡ ਦੇ ਵਿੱਚ ਵੀ ਕਿਹਾ ਗਿਆ, ਕਿਉਂਕਿ ਸਿੱਖੀ ਸਰੂਪ ਹੋਣ ਦੇ ਕਾਰਨ ਇਹ ਚੀਜ਼ਾਂ ਸਾਹਮਣੇ ਆਈਆਂ, ਪਰ ਅਸੀਂ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ, ਅਤੇ ਕੰਮ ਜਿਵੇਂ ਜਿਵੇਂ ਸਾਨੂੰ ਲੱਗਿਆ ਅਸੀਂ ਕਰਨਾ, ਤਾਂ ਅਸੀਂ ਆਪਦੇ ਰੋਜੀ ਰੋਟੀ ਲਈ ਕਰਨੇ। ਹਾਂ, ਅੱਛਾ। ਹੁਣ ਸਭ ਤੋਂ ਪਹਿਲਾਂ ਫਿਰ ਟ੍ਰੇਨਿੰਗ ਲਈ ਪਾਲਣ ਵਾਸਤੇ, ਕਿਉਂਕਿ ਤੁਸੀਂ ਢੂਲੇ ਦਾ ਕੰਮ ਕਰਦੇ ਸੀ, ਢੂਲੇ ਤੋਂ ਸਿੱਧਾ ਉਧਰ ਸ਼ਿਫਟ ਹੋਣ ਲਈ ਟ੍ਰੇਨਿੰਗ ਤਾਂ ਚਾਹੀਦੀ ਸੀ ਨਾ? ਦੇਖੋ, ਕੁਛ ਥੋੜ੍ਹੀ ਬਹੁਤ ਤਾਂ ਨੌਲੇਜ ਸਾਨੂੰ ਪਹਿਲਾਂ ਹੈਗੀ ਸੀ ਇਸ ਬਾਰੇ ਵੀ ਜਾਨਵਰ ਨੂੰ ਪਾਲਣਾ ਕਿਸ ਤਰ੍ਹਾਂ ਉਹਦੀ ਸਾਂਭ ਸੰਭਾਲ ਕਰਨੀ ਹੈ, ਪਰ ਉਹਦੀਆਂ ਬਰੀਕੀਆਂ ਨੂੰ ਜਾਣਨ ਲਈ ਫਿਰ ਸਾਨੂੰ ਗੜਵਾਸੂ ਯੂਨੀਵਰਸਿਟੀ ਦੇ ਨਾਲ ਜੁੜਨਾ ਪਿਆ। ਉਸ ਤੋਂ ਸਭ ਤੋਂ ਪਹਿਲਾਂ ਵੀਰ ਨੇ ਜੂਨ 2013 ਦੇ ਵਿੱਚ ਉੱਥੋਂ ਟ੍ਰੇਨਿੰਗ ਲਈ ਜੀ, ਅਤੇ ਉਹਨਾਂ ਦੀ ਟ੍ਰੇਨਿੰਗ ਤੋਂ ਬਾਅਦ ਦਸੰਬਰ 2013 ਦੇ ਵਿੱਚ ਹੀ ਮੈਂ ਨਾਭਾ ਫਾਰਮ ਤੋਂ ਟ੍ਰੇਨਿੰਗ ਲਈ। ਜਾਣੀ ਕਿ ਦੋਵੇਂ ਭਰਾਵਾਂ ਨੇ ਅਲੱਗ-ਅਲੱਗ ਟ੍ਰੇਨਿੰਗ ਲਈ, ਕਿਉਂਕਿ ਨਾਭਾ ਫਾਰਮ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਹੈ, ਅਤੇ ਜਿਹੜੀ ਯੂਨੀਵਰਸਿਟੀ ਦੀ ਟ੍ਰੇਨਿੰਗ ਆ ਉਹ ਇੱਕ ਥਿਓਰੀਟੀਕਲ। ਕਿੰਨੇ ਤੇ ਸ਼ੁਰੂ ਕੀਤਾ ਫਿਰ? ਸਟਾਰਟਿੰਗ ਅਸੀਂ 60 ਜਾਨਵਰਾਂ ਤੋਂ ਕੀਤੀ। ਇਸ ਵਕਤ ਕਿੰਨੇ ਨੇ? ਇਸ ਵਕਤ ਮੇਰੇ ਕੋਲ ਛੋਟਾ ਵੱਡਾ 650 ਜਾਨਵਰ। 650। ਬਲਵੰਤ ਸਿੰਘ ਜੀ, ਇਹ ਦੱਸਿਓ ਮੈਨੂੰ ਵੀ ਖਾਸ ਨੁਕਤਾ ਕੀ ਹੈ ਇਸ 9 ਸਾਲਾਂ 'ਚ? ਕੀ ਸਿੱਖਿਆ? ਕਿਹੜੀਆਂ ਗਲਤੀਆਂ ਸੀਗੀਆਂ ਜਿਹੜੀਆਂ ਪਹਿਲਾਂ ਕੀਤੀਆਂ, ਫਿਰ ਕਿਹੜੀਆਂ ਗਲਤੀਆਂ ਤੁਹਾਨੂੰ ਲੱਗਦਾ ਕਿ ਹੁਣ ਨਹੀਂ ਕਰਨੀਆਂ ਚਾਹੀਦੀਆਂ ਜੇ ਕਿਸੇ ਨੇ ਨਵਾਂ ਕੰਮ ਕਰਨਾ? ਦੇਖੋ ਵੀ, ਜਦੋਂ ਮੈਂ ਸਟਾਰਟ ਕੀਤਾ ਤਾਂ ਸਾਡੇ ਫਾਰਮਰ ਜਿਹੜੇ ਉਦੋਂ ਕੰਮ ਕਰ ਰਹੇ ਸੀ, ਉਹ ਇੱਕ ਨਵੇਂ ਫਾਰਮਰਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਵੀ ਇਸ ਚੀਜ਼ ਦਾ ਕੋਈ ਖਰਚਾ ਜ਼ਿਆਦਾ ਨਹੀਂ ਹੈ, ਇਹ ਸੌਖੇ ਪਲ ਜਾਂਦੇ ਆ, ਇਹਨਾਂ 'ਤੇ ਪਾਲਣ ਵਿੱਚ ਜਾਂ ਇਹਨਾਂ ਦੇ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਉਹ ਗੱਲ ਕੀ ਵੀ ਜਦੋਂ ਅਸੀਂ ਸਟਾਰਟਿੰਗ ਕੀਤੀ, ਅਸੀਂ 60 ਜਾਨਵਰਾਂ ਤੋਂ ਸਟਾਰਟ ਕੀਤਾ, ਪਰ ਜਿਵੇਂ ਜਿਵੇਂ ਅਸੀਂ ਆ ਕੰਮ ਨੂੰ ਅੱਗੇ ਵਧਾਇਆ ਤਾਂ ਲੱਗਿਆ ਵੀ ਜਿਹੜਾ ਇਹ 60 ਜਾਨਵਰਾਂ ਦਾ ਕਾਰੋਬਾਰ ਆ, ਇਹ ਕੋਈ 5-4 ਲੱਖ ਰੁਪਏ ਨਾਲ ਚੱਲਣ ਵਾਲਾ ਕਾਰੋਬਾਰ ਨਹੀਂ ਹੈ। ਕਿਉਂਕਿ ਇੱਕ ਪ੍ਰੈਗਨੈਂਟ ਸੂਰੀ ਜੋ ਤੁਸੀਂ ਬੱਚਿਆਂ ਵਾਲੀ ਸੂਰੀ ਲੈ ਕੇ ਚੱਲਦੇ ਹੋ, ਉਹ
ਸੂਰੀ ਤੇ ਉਹਦੇ ਬੱਚੇ ਸਾਲ ਦੇ 2 ਸੂਏ ਸੂਰੀ ਦਿੰਦੀ ਹੈ, ਲਗਭਗ 16 ਤੋਂ 18 ਬੱਚੇ ਅਸੀਂ ਲੈ ਕੇ ਚੱਲਦੇ ਹਾਂ। ਜੇ ਅਸੀਂ ਉਹਨੂੰ ਟੋਟਲ ਲਾ ਕੇ ਚੱਲੀਏ ਤਾਂ ਇੱਕ ਸੂਰੀ ਤੇ ਉਹਦੇ ਬੱਚਿਆਂ ਦਾ ਸਾਲ ਦਾ 1.5 ਲੱਖ ਰੁਪਏ ਦਾ ਖਰਚਾ ਆਉਂਦਾ। ਅੱਛਾ। ਕਿਉਂਕਿ ਕੋਈ ਕਿਸੇ ਵੀ ਫਾਰਮਰ ਨੇ, ਜਦੋਂ ਅਸੀਂ ਕੰਮ ਸ਼ੁਰੂ ਕੀਤਾ, ਸਾਨੂੰ ਕਿਸੇ ਨੇ ਇਹ ਨੌਲੇਜ ਨਹੀਂ ਦਿੱਤੀ, ਕਿਸੇ ਨੇ ਸਾਨੂੰ ਇਹ ਨਹੀਂ ਦੱਸਿਆ ਵੀ ਇੱਕ ਸੂਰੀ ਤੇ ਇੰਨਾ ਖਰਚਾ ਆਊ, ਤੁਸੀਂ 60 ਸੂਰੀਆਂ ਲੈ ਕੇ ਚੱਲਿਓ ਤਾਂ ਉਹਦਾ ਬਜਟ ਕੀ ਬਣੂਗਾ। ਤੇ ਉਸ ਚੀਜ਼ ਯਾਨੀ ਕਿ ਵੱਡੇ ਤੋਂ ਸ਼ੁਰੂ ਕਰ ਲਿਆ ਸੀ, ਬਹੁਤ ਵੱਡਾ ਹੋ ਗਿਆ ਸੀ, ਕਿਉਂਕਿ ਇੱਕਦਮ ਚੇਂਜ ਕੀਤੀ ਲਾਈਨ ਤੇ ਉਹਦੇ ਬਾਰੇ ਨੌਲੇਜ ਨਾ ਹੋਣ ਕਰਕੇ ਇੰਨਾ ਵੱਡਾ ਸ਼ੁਰੂ ਕਰ ਲਿਆ। ਥੋੜੇ ਤੋਂ ਸ਼ੁਰੂ ਕਰਨਾ ਚਾਹੀਦਾ ਸੀ। ਹਾਂ, ਇਹਦੀ ਸਟਾਰਟਿੰਗ ਜੋ ਹੋਣੀ ਚਾਹੀਦੀ ਹੈ ਸਹੀ ਢੰਗ ਨਾਲ। ਜੇ ਮੈਂ ਇੱਕ ਛੋਟੇ ਫਾਰਮਰ ਦੀ ਗੱਲ ਕਰਾਂ ਤਾਂ 10 ਸੂਰੀਆਂ ਤੇ 2 ਸਾਨ, ਜੇ ਇਸ ਤੋਂ ਜ਼ਿਆਦਾ ਉਹ ਲੈ ਕੇ ਚੱਲਦਾ ਤਾਂ ਘੱਟ ਤੋਂ ਘੱਟ ਇਸ ਤਰ੍ਹਾਂ ਮੰਨ ਕੇ ਚੱਲੋ ਵੀ 25 ਤੋਂ 30 ਲੱਖ ਰੁਪਏ ਦਾ ਖਰਚਾ ਆਉਂਦਾ 10 ਸੂਰੀਆਂ ਤੇ 2 ਸੂਰ ਜੇ ਉਹ ਰੱਖ ਕੇ। ਛੋਟੇ ਤੋਂ ਇਹ ਬਿਲਕੁਲ ਛੋਟਾ ਲੈਵਲ ਆ ਜੀ, ਤੇ ਤਕਰੀਬਨ 20 ਤੋਂ 25 ਲੱਖ ਰੁਪਏ ਉਹਦੀ ਜੇਬ 'ਚ ਹੋਣਾ ਚਾਹੀਦਾ ਜੇ ਉਹ ਸ਼ੁਰੂ ਕਰਨਾ ਚਾਹੁੰਦਾ, ਕਿਉਂਕਿ ਜੋ ਇਹਦੀ ਫਾਰਮ ਦੀ ਕੰਸਟਰਕਸ਼ਨ ਦੀ ਲਾਗਤ ਆ ਉਹ ਡੇਅਰੀ ਫਾਰਮ ਦੇ ਮੁਕਾਬਲੇ ਪੂਰੀ ਡਬਲ ਆ। ਅੱਛਾ। ਕਿਉਂਕਿ ਡੇਅਰੀ ਫਾਰਮ ਦੇ ਵਿੱਚ ਤਾਂ ਇੱਕ ਖੁਰਲੀ ਬਣਾਈ, ਕੀਲੇ ਗੱਡ ਤੇ ਮੱਝਾਂ ਬੰਨ੍ਹਤੀਆਂ, ਕੰਮ ਖਤਮ ਹੋ ਗਿਆ। ਸੂਰ ਫਾਰਮ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਏਜ ਦੇ ਹਿਸਾਬ ਨਾਲ ਉਹਨਾਂ ਦੇ ਕੈਬਨ ਦੇਣੇ ਪੈਣੇ ਆ, ਫਿਰ ਸੂਣ ਵਾਲੀਆਂ ਸੂਰੀਆਂ ਨੇ ਉਹਨਾਂ ਨੂੰ ਕੈਬਨ ਅਲੱਗ ਦੇਣੇ ਪੈਣੇ ਆ, ਫਿਰ ਬੱਚੇ ਦੁੱਧੋਂ ਚੱਕਣੇ ਆ ਉਹਨਾਂ ਦੇ ਕੈਬਨ ਅਲੱਗ ਹੋਣੇ ਆ। ਤਾਂ ਉਸ ਕਾਰਨ ਇਹਦੀ ਜਿਹੜੀ ਕੰਸਟਰਕਸ਼ਨ ਦਾ ਖਰਚਾ ਉਹ ਡੇਅਰੀ ਦੇ ਮੁਕਾਬਲੇ ਡਬਲ ਹੋ ਜਾਂਦਾ। ਅੱਛਾ, ਹੁਣ ਤੁਸੀਂ ਖਰੀਦ ਵੀ ਲਈਆਂ, ਪਾਲਣ ਦੇ ਖਾਸ ਨੁਕਤੇ ਕੀ ਹੈ, ਜਿਹੜੀਆਂ ਗਲਤੀਆਂ ਸੀ ਤੇ ਨਾਲ ਫਿਰ ਤੁਸੀਂ ਇਹਨੂੰ ਨੁਕਤਾ ਬਣਾਇਆ ਵੀ ਆਹ ਚੀਜ਼ ਨਾਲ ਇਹ ਸੌਖੇ ਬਣਦੇ ਆ? ਦੇਖੋ, ਜਦੋਂ ਅਸੀਂ ਸਟਾਰਟਿੰਗ ਲਈ ਤਾਂ ਸਭ ਨੇ ਇਹੀ ਕਿਹਾ ਵੀ ਫੀਡ ਪਾਉਣੀ ਕੋਈ ਜ਼ਰੂਰੀ ਨਹੀਂ, ਫੀਡ ਮਹਿੰਗੀ ਪੈਂਦੀ ਹੈ, ਤੁਸੀਂ ਹੋਟਲ ਵੇਸਟੇਜ 'ਤੇ ਕੰਮ ਕਰੋ ਜਾਂ ਹਰਾ ਚਾਰਾ ਪਾਓ, ਫੀਡ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਤੇ ਫਿਰ ਜਦੋਂ ਅਸੀਂ ਲਗਾਤਾਰ ਕੰਮ ਕੀਤਾ, ਕਿਉਂਕਿ ਅਸੀਂ ਪਹਿਲਾਂ ਕਰਿਆਨੇ ਦਾ ਕੰਮ ਵੀ ਕੀਤਾ, ਮੇਰਾ ਖੁਦ ਦਾ ਸ਼ਟਰਿੰਗ ਦਾ ਕੰਸਟਰਕਸ਼ਨ ਦਾ ਕੰਮ ਸੀ, ਤੇ ਅਸੀਂ ਤਾਂ ਇੱਕ ਪੈਸੇ ਦਾ ਹਿਸਾਬ ਲੈ ਕੇ ਚੱਲੇ। ਤੇ ਜਦੋਂ ਤਕਰੀਬਨ 1 ਸਾਲ ਸਾਡਾ ਪੂਰਾ ਹੋਇਆ, ਜਾਨਵਰ ਸਾਡੇ ਤਕਰੀਬਨ 13 ਤੋਂ 15 ਮਹੀਨਿਆਂ ਦੇ ਵਿੱਚ ਕੁਇੰਟਲ ਹੋਏ। ਫਿਰ ਉਹਦਾ ਜਦੋਂ ਸਾਰਾ ਖਰਚੇ ਦਾ ਜੋੜ ਘਟਾਓ ਕਰਕੇ ਦੇਖਿਆ ਤਾਂ ਉਹਦੇ 'ਚੋਂ ਪੱਲੇ ਹੀ ਕੁਛ ਨਹੀਂ ਪੈਂਦਾ। ਇਹ ਕਹੀ ਜਾਂਦੇ ਹੋਟਲ ਵੇਸਟੇਜ 'ਤੇ ਸਸਤਾ ਹੋ ਜੂ ਜਾਂ ਇਹ ਹੋ ਜੂ ਉਹ ਹੋ ਜੂ, ਕੁਛ ਨਹੀਂ ਹੁੰਦਾ। ਫਿਰ ਅਸੀਂ ਉੱਥੋਂ ਫੀਡ ਵਾਲੇ ਪਾਸੇ ਨੂੰ ਮੁੜੇ। ਤੇ ਕਿੰਨੀ ਕੁ ਤਬਦੀਲੀ ਆਈ ਫੀਡ ਵੱਲ ਜਦੋਂ ਆਏ? ਜਦੋਂ ਫੀਡ ਦੇ ਵੱਲ ਮੁੜੇ ਤਾਂ ਮੰਨੋ ਵੀ 80% ਚੇਂਜ ਹੋ ਗਿਆ ਮਾਈਂਡ। ਅੱਛਾ। ਇੱਕਦਮ ਵੀ ਨਹੀਂ, ਹੋਰ ਕੋਈ ਚੀਜ਼ ਪਾਉਣੀ ਨਹੀਂ ਫੀਡ ਤੋਂ ਇਲਾਵਾ। ਇਹਦੇ ਵਿੱਚ ਬਲਵੰਤ ਸਿੰਘ ਜੀ ਮੁਸ਼ਕਿਲਾਂ, ਖਾਸ ਮੁਸ਼ਕਿਲਾਂ ਕੀ ਹੈ? ਬਿਮਾਰੀ ਦੇ ਤੌਰ 'ਤੇ, ਰੱਖ ਰਖਾਵ ਦੇ ਤੌਰ 'ਤੇ, ਕੋਈ ਪਾਣੀ ਦੇ ਤੌਰ 'ਤੇ, ਕੋਈ ਵਾਤਾਵਰਨ ਦੇ ਤੌਰ 'ਤੇ ਖਾਸ ਮੁਸ਼ਕਿਲਾਂ ਕੀ ਹੈ? ਦੇਖੋ, ਇਹਦੇ ਵਿੱਚ ਕੋਈ ਖਾਸ ਮੁਸ਼ਕਿਲ ਨਹੀਂ ਆ ਵੀਰ। ਮੁਸ਼ਕਿਲਾਂ ਕਿਉਂ ਆਉਂਦੀਆਂ? ਜਦੋਂ ਅਸੀਂ ਅਲਗਰਜੀ ਕਰਦੇ ਹਾਂ ਕਿਸੇ ਚੀਜ਼ ਦੀ, ਸਾਡੀਆਂ ਕੁਰੈਤਾਂ ਦੇ ਕਾਰਨ ਹੀ ਫਾਰਮ ਦੇ ਵਿੱਚ ਕੋਈ ਨਾ ਕੋਈ ਦਿੱਕਤ ਆਉਂਦੀ ਹੈ। ਕਿਉਂਕਿ ਜੇ ਤੁਸੀਂ ਪ੍ਰੋਪਰ ਫੀਡ ਦੇ ਰਹੇ ਹੋ, ਟਾਈਮ ਟੂ ਟਾਈਮ ਵੈਕਸੀਨੇਸ਼ਨ ਹੋ ਰਿਹਾ, ਸਾਫ ਸਫਾਈ ਤੁਹਾਡੀ ਡੇਲੀ ਹੋ ਰਹੀ ਹੈ, ਡਿਸਇਨਫੈਕਟੈਂਟ ਤੁਹਾਡੇ ਹਫਤੇ ਦੇ ਹਫਤੇ ਹੋ ਰਹੇ ਆ, ਤਾਂ ਕੋਈ ਦਿੱਕਤ ਆਉਂਦੀ ਨਹੀਂ। ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਧਿਆਨ ਨਹੀਂ ਦਿੰਦੇ, ਨੌਕਰਾਂ ਦੇ ਸਿਰ 'ਤੇ ਕੰਮ ਛੱਡਤਾ, ਫਿਰ ਤੁਸੀਂ ਇਸ ਦੇ ਵਿੱਚੋਂ ਕਾਮਯਾਬ ਨਹੀਂ ਹੋ ਸਕਦੇ। ਕਿੰਨੇ ਨੌਕਰ ਰੱਖੇ ਹੋਏ ਨੇ? ਸਾਡੇ ਕੋਲ ਕੋਈ ਲੇਬਰ ਨਹੀਂ ਹੈ ਵੀਰ। ਕਿੰਨੇ ਜਾਣੇ ਇਨਵੋਲਵ ਰਹਿੰਦੇ ਹੋ? ਕਿੰਨੇ ਜਾਣੇ ਕੰਮ? ਅਸੀਂ 5 ਜਾਣੇ ਟੋਟਲ। ਹਾਂ, ਮੈਂ ਤੇ ਮੇਰੀ ਮਿਸੇਜ ਆ, ਭਰਾ, ਉਹਨਾਂ ਦੇ ਮਿਸੇਜ ਤੇ ਭਤੀਜਾ। ਅੱਛਾ। 5 ਜਾਣੇ ਅਸੀਂ ਆਪਣੇ ਫਾਰਮ ਤੇ ਕੰਮ ਕਰ ਰਹੇ ਹਾਂ, ਤੇ ਕੋਈ ਸਾਡੇ ਕੋਲੇ ਲੇਬਰ ਨਹੀਂ ਹੈ। ਸਟਾਰਟਿੰਗ ਦੇ ਵਿੱਚ ਲੇਬਰ ਰੱਖੀ, ਪਰ ਲੇਬਰ ਦੇ ਨਾਲ ਬਹੁਤ ਜ਼ਿਆਦਾ ਦਿੱਕਤਾਂ ਆਈਆਂ, ਕਿਉਂਕਿ ਲੇਬਰ ਆਪਦਾ ਟਾਈਮ ਦੇਖਦੀ ਆ, ਉਹ ਸਾਡੇ ਮੁਤਾਬਕ ਨਹੀਂ ਚੱਲਦੀ, ਸਾਨੂੰ ਉਹਨਾਂ ਦੇ ਮੁਤਾਬਕ ਚੱਲਣਾ ਪੈਂਦਾ। ਕਿੱਥੇ ਤਾਂ ਅਸੀਂ 60 ਜਾਨਵਰ ਸਾਂਭਣ ਪਿੱਛੇ 4 ਤੋਂ 5 ਘੰਟੇ ਦਾ ਟਾਈਮ ਲੈਂਦੇ ਸੀ ਫਾਰਮ ਦੇ ਵਿੱਚ, ਅੱਜ ਅਸੀਂ 650 ਜਾਨਵਰ ਸਾਂਭ ਰਹੇ ਹਾਂ, ਸਾਨੂੰ 3 ਘੰਟੇ ਲੱਗਦੇ ਆ। ਕੀ ਟਾਈਮ, ਕੀ ਖੁਰਾਕ ਦੇ ਕੋਈ ਟਾਈਮਿੰਗਸ ਨੇ, ਸਾਂਭ ਸੰਭਾਲ ਦੇ ਕੋਈ ਟਾਈਮਿੰਗਸ ਨੇ, ਕੀ ਲੱਗਦਾ ਤੁਹਾਨੂੰ? ਸਾਡੀ ਟਾਈਮਿੰਗ ਦੇਖੋ, ਅਸੀਂ ਫੀਡ ਪੂਰੇ ਦਿਨ ਦੀ ਸਿਰਫ 1 ਵਾਰ ਦਿੰਦੇ। ਸਵੇਰੇ ਅਸੀਂ ਤਕਰੀਬਨ 6 ਵਜੇ ਸਾਡਾ ਰੂਟੀਨ ਆ ਵੀ 6 ਵਜੇ ਅਸੀਂ ਸ਼ੈੱਡ ਦੇ ਵਿੱਚ ਐਂਟਰ ਹੋਣਾ, 6 ਤੋਂ 8:30 ਇਹ ਸਾਡੇ 2.5 ਘੰਟੇ ਲੱਗਦੇ ਸਫਾਈ ਵੇਲੇ। ਗੋਹਾ ਚੱਕ ਕੇ ਸੁੱਟਦੇ ਹਾਂ, ਫਿਰ ਉਹਨਾਂ ਨੂੰ ਜਾਨਵਰਾਂ ਨੂੰ ਨਵਾਉਣਾ, ਧੋਣ, ਸ਼ੈੱਡ ਪ੍ਰੋਪਰ ਧੋਣੇ, ਖੁਰਲੀਆਂ ਸਾਫ਼ ਕਰਨੀਆਂ। ਉਸ ਤੋਂ ਬਾਅਦ ਫੀਡ ਦੇ ਕੇ ਫਿਰ ਅਸੀਂ ਸ਼ੈੱਡ ਦੇ ਵਿੱਚ ਦੁਬਾਰਾ ਨਹੀਂ ਜਾਂਦੇ, ਕਿਉਂਕਿ ਮੇਰਾ ਇੱਥੇ ਫੈਟਨਿੰਗ ਯੂਨਿਟ ਹੈ। ਜੋ ਵੀਰ ਜੀ ਦੇਖ ਰਹੇ ਨੇ ਉੱਥੇ ਕਰਮਗੜ੍ਹ ਵਿੱਚ ਜਿਹੜਾ ਸਾਡਾ ਸ਼ੈੱਡ ਆ, ਉੱਥੇ ਸਾਨੂੰ ਲੱਗਦੇ ਆ ਤਕਰੀਬਨ 5 ਤੋਂ 6 ਘੰਟੇ, ਕਿਉਂਕਿ ਸੂਆ ਆਉਂਦਾ ਸੂਰੀਆਂ ਦਾ, ਉਹਨਾਂ ਦੇ ਬੱਚਿਆਂ ਦਾ ਟਰੀਟਮੈਂਟ ਕਰਨਾ, ਕਿਸੇ ਦੇ ਇੰਜੈਕਸ਼ਨ ਲੱਗਣਾ, ਕਿਸੇ ਨੂੰ ਡੀਵਰਮਰ ਦੇਣਾ,
ਤਾਂ ਉਹਦੇ ਕਰਕੇ ਉਹਨਾਂ ਦੀ ਟਾਈਮਿੰਗ 5 ਤੋਂ 6 ਘੰਟੇ ਦੀ ਹੁੰਦੀ ਹੈ ਸ਼ੈੱਡ ਦੇ ਵਿੱਚ, ਸਾਡੀ 2.5 ਤੋਂ 3 ਘੰਟੇ ਦੀ। ਕਹਿੰਦੇ ਭਰਾਵਾਂ ਦਾ ਚੱਲਦਾ ਨਹੀਂ ਹੁੰਦਾ, ਤੁਸੀਂ ਬੜਾ ਇਕੱਠਾ ਚਲਾ ਰੱਖਿਆ ਹੈ, ਕੀ ਖਾਸ? ਦੇਖੋ ਖਾਸ ਇਹਦੇ 'ਚ ਕੁਛ ਨਹੀਂ ਆ ਵੀਰ, ਸਹੀ ਗੱਲ ਤਾਂ ਇਹ ਆ ਵੀ ਪੇਰੈਂਟਸ ਨੇ ਜੋ ਆਪਣੇ, ਜੇ ਉਹ ਬੱਚੇ ਨੂੰ ਪਹਿਲਾਂ ਕੰਮ ਤੇ ਜੋੜ ਦਿੰਦੇ ਆ, ਸਭ ਤੋਂ ਖਾਸ ਤਾਂ ਸਾਡੇ ਪਾਪਾ ਜੀ ਦੀ ਦੇਣ ਸਾਡੀ ਵੀ ਅਸੀਂ ਇਹ ਇੱਕੋ ਜਿਹੇ ਇਕੱਠੇ ਕੰਮ ਕਰ ਰਹੇ ਹਾਂ। ਉਹਨਾਂ ਨੇ ਸਾਨੂੰ ਵਿਆਹੁਣ ਸਾਰ ਹੀ ਅਲੱਗ ਕਰਤਾ। ਅੱਛਾ, ਵਿਆਹੁਣ ਸਾਰ ਅਲੱਗ ਕਰਤਾ, ਤਾਂ ਹੀ ਇਕੱਠੇ ਹੋ? ਅਲੱਗ ਕਰਤਾ। ਮੇਰਾ ਕੰਮ ਮੇਰੇ ਕੋਲ ਆ, ਵੀਰ ਜੀ ਆਪਦਾ ਕੰਮ ਦੇਖਦੇ ਸੀ। ਉਹਨਾਂ ਨੇ ਆਪਦਾ ਖਾਣਾ ਪਕਾਉਣਾ ਉਹਨਾਂ ਦਾ, ਮੇਰੇ ਬੱਚਿਆਂ ਦਾ ਖਾਣਾ ਪਕਾਉਣਾ ਮੇਰੇ ਘਰੇ ਹੁੰਦਾ। ਇਸੇ ਕਰਕੇ ਪਿਆਰ ਬਣਿਆ, ਕਾਰੋਬਾਰ ਸਾਡਾ ਇਕੱਠਾ, ਹਿਸਾਬ ਕਿਤਾਬ ਸਭ ਕੁਛ ਇਕੱਠਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਇਹ ਮੇਨ ਇਹੀ ਆ ਵੀ ਕੰਮ ਕਰਨਾ ਤੁਸੀਂ ਸਾਂਝੇ ਘਰ ਦੇ ਵਿੱਚ ਤਾਂ ਬੱਚਿਆਂ ਨੂੰ ਕੰਮ ਕਰਕੇ ਦਿਓ, ਪਰ ਅਲੱਗ-ਅਲੱਗ ਦਿਓ। ਉਹਨਾਂ ਦਾ ਹਿਸਾਬ ਉਹਨਾਂ ਨੂੰ ਅੱਡੋ-ਅੱਡੀ ਸੰਭਾਓ। ਇਹ ਨਾ ਕਰੋ ਵੀ ਕੰਮ ਸਾਰਾ ਟੱਬਰ ਕਰੀ ਜਾਂਦਾ, ਹਿਸਾਬ ਇੱਕ ਜਣਾ ਦੇਖੀ ਜਾਂਦਾ, ਫਿਰ ਇਹ ਰੌਲੇ ਪੈਂਦੇ। ਅੱਛਾ, ਸੂਰ ਪਾੜ ਲਏ, ਸਭ ਕੁਝ ਹੋ ਗਿਆ, ਕਿਸ ਵੇਟ ਤੋਂ ਜਾ ਕੇ ਇਹਨਾਂ ਦੀ ਮਾਰਕੀਟਿੰਗ ਵੈਲਿਊ ਬਣਦੀ ਹੈ ਤੇ ਮਾਰਕੀਟ ਮੰਡੀ ਕਰਨਾ ਜਿਹੜਾ ਇਹਦਾ ਸੁਖਾਲਾ ਹੈ ਕਿ ਨਹੀਂ? ਦੇਖੋ ਮੰਡੀਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਮਾਲ ਜ਼ਿਆਦਾ ਆਪਣੇ ਲੋਕਲ ਕੋਈ ਲਾਗਤ ਨਹੀਂ ਹੈ। ਮਾਲ ਇਹਦਾ ਨਾਗਾਲੈਂਡ ਹੀ ਜਾਂਦਾ ਬਾਹਰ, ਤੇ ਜੋ ਮਾਲ ਜਾਂਦਾ ਉਹ 90 ਕਿਲੋ ਤੋਂ ਲੈ ਕੇ 1.5 ਕੁਇੰਟਲ ਤੱਕ। ਹਾਂ, ਉਸ ਤੋਂ ਉੱਪਰ ਵੀ ਜੋ ਜਾਨਵਰ ਹੋ ਜਾਂਦੇ ਨੇ ਉਹ ਥੋੜ੍ਹੇ ਬਹੁਤ ਹੁੰਦੇ ਨੇ, ਛੋਟੇ 10-20 ਹੋ ਗਏ, 100 ਮਗਰ, ਤੇ ਉਹ ਵੀ ਨਿਕਲਦਾ ਰਹਿੰਦਾ। ਕੋਈ ਇਹਦੇ 'ਚ ਵੇਚਣ ਦੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ। ਅੱਛਾ, ਫਾਰਮ ਲਗਾਤਾਰ ਘਟ ਰਹੇ ਆ ਵਧਣ ਦੀ ਬਜਾਏ, ਕੀ ਨੁਕਤਾ ਵੇਖਦੇ ਹੋ? ਉਹਦਾ ਮੇਨ ਕਾਰਨ ਇਹੀ ਆ ਵੀਰ, ਸਭ ਨੇ YouTube ਦੇਖ ਕੇ ਹੀ ਫਾਰਮ ਕੀਤੇ ਸ਼ੁਰੂ। ਕੀ ਬਾਤ ਹੈ। ਹਾਂ, ਕਿਉਂਕਿ YouTube ਦੇ ਉੱਪਰ ਜਿੰਨੇ ਵੀ ਤੁਸੀਂ ਦੇਖੋਗੇ 99% ਤੁਹਾਨੂੰ ਫੇਕ ਮਿਲੇਗਾ। ਕਿਉਂਕਿ ਕਿਸੇ ਨੇ ਕੰਮ ਨਹੀਂ ਕੀਤਾ, 2 ਮਹੀਨੇ 3 ਮਹੀਨੇ ਲਾ ਕੇ ਉਹ ਕਹਿੰਦਾ ਮੈਂ ਡਾਕਟਰ ਬਣ ਗਿਆ, ਮੇਰੇ ਵਰਗਾ ਤਾਂ ਕੋਈ ਫਾਰਮਰ ਹੀ ਨਹੀਂ। ਹਾਂ, ਜਦੋਂ ਤੁਸੀਂ ਸੂਰ ਰੱਖੇ ਨੇ, ਸੂਰਾਂ ਦੇ ਵਿੱਚ ਰਹੋਗੇ 2 ਘੰਟੇ 3 ਘੰਟੇ, ਫਿਰ ਤੁਹਾਨੂੰ ਪਤਾ ਲੱਗੂ ਵੀ ਕੰਮ ਕਿਵੇਂ ਕਰਨਾ। ਸਹਾਇਕ ਧੰਦਿਆਂ ਦੇ ਵਿੱਚ ਇਹ ਆਉਂਦਾ ਹੈ ਕਿ ਸਰਕਾਰਾਂ, ਯੂਨੀਵਰਸਿਟੀਆਂ ਇਹਨਾਂ ਨੂੰ ਖੜੇ ਕਰਨ ਵਾਸਤੇ ਹੈਲਪ ਕਰਦੀਆਂ, ਤੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਮਦਦ ਮਿਲੀ? ਨਹੀਂ, ਦੇਖੋ ਸਿਰਫ ਜੋ ਯੂਨੀਵਰਸਿਟੀ ਦੇ ਕੰਨਿਓ ਮਦਦ ਮਿਲੀ ਸਾਨੂੰ, ਉਹ ਤਾਂ ਇਹੀ ਰਹੀ, ਸਿਰਫ ਇੱਕ ਵੀ ਟ੍ਰੇਨਿੰਗ ਮਿਲੀ। ਟ੍ਰੇਨਿੰਗ ਵੀ ਥਿਏਟੀਕਲ ਟ੍ਰੇਨਿੰਗ ਆ, ਉਹਦਾ ਕੋਈ ਸਾਨੂੰ ਐਡਾ ਜ਼ਿਆਦਾ ਫਾਇਦਾ ਨਹੀਂ ਹੋਇਆ, ਕਿਉਂਕਿ ਜੋ ਉੱਥੇ ਗੱਲਾਂ ਹੋਈਆਂ ਉਸ ਤੋਂ ਪੂਰਾ ਉਲਟ ਹੋ ਰਹੀ ਹੈ ਪਿਗਰੀ। ਅਤੇ ਸਰਕਾਰ ਕੰਨਿਓ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ। ਮੈਂ ਤਕਰੀਬਨ 2016 ਦੇ ਵਿੱਚ ਬੈਂਕ ਦੇ ਚੱਕਰ ਵੀ ਲਗਾਏ ਵੀ ਜੇ ਕਿਸੇ ਤਰ੍ਹਾਂ ਕੋਈ ਲੋਨ ਮਿਲ ਜੇ, ਕਿਉਂਕਿ ਉਦੋਂ ਇਹ ਝਾਕ ਸੀ ਵੀ ਹੁਣ ਕੰਮ ਥੋੜ੍ਹਾ ਵਧਾ ਲਈਏ, ਅਤੇ ਬੈਂਕ ਦੇ ਵੀ ਚੱਕਰ ਲਗਾਏ, ਉਹ ਇਹ ਕਰਨਾ ਪਊ ਉਹ ਕਰਨਾ ਪਊ। ਫਿਰ ਮੇਰੀ ਮੈਨੇਜਰ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਵੀ ਲੋਨ ਦੇ ਚੱਕਰ 'ਚ ਨਾ ਪਾਓ, ਤੁਸੀਂ ਕੁਛ ਨਹੀਂ ਇਹਦੇ 'ਚ ਕੱਢਣ ਪਾਉਣ ਨੂੰ, ਆਪਦੇ ਜੇਬ 'ਚੋਂ ਕਰੋ ਜੋ ਤੁਸੀਂ ਕਰਨਾ, ਬਾਕੀ ਸਾਰੇ ਵਹਿਮ ਹੀ ਹੈ। ਸਰਕਾਰ ਕੰਨਿਓ ਕਿਸੇ ਤਰ੍ਹਾਂ ਦੀ ਮਦਦ ਨਹੀਂ, ਨਾ ਵਿਕਰੀ 'ਚ, ਨਾ ਇਹਨਾਂ ਦੇ ਪਾਲਣ ਪੋਸ਼ਣ 'ਚ। ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ, ਕਿਹੜੀਆਂ ਸਹਾਇਤਾਵਾਂ? ਦੇਖੋ ਸਰਕਾਰ ਦਾ ਜਿਹੜਾ, ਜੇ ਪਿਗਰੀ ਨੂੰ ਜਾਂ ਕੋਈ ਵੀ ਸਹਾਇਕ ਧੰਦਾ, ਚਾਹੇ ਉਹ ਪੋਲਟਰੀ ਆ, ਚਾਹੇ ਡੇਅਰੀ ਆ, ਚਾਹੇ ਫਿਸ਼ਰੀ ਆ, ਕਿਸੇ ਨੂੰ ਵੀ ਉਹ ਕਹਿੰਦੇ ਨੇ ਵੀ ਫਸਲ ਦੇ ਨਾਲ ਨਾਲ ਅਸੀਂ ਸਹਾਇਕ ਧੰਦੇ ਨੂੰ ਪ੍ਰਮੋਟ ਕਰਨਾ ਜਾਂ ਇਹ ਵਧੇ, ਤਾਂ ਇਹਦੇ ਵਿੱਚ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਰਨਾ ਪੈਣਾ ਵੀ ਜੋ ਵੀ ਮੰਡੀਆਂ ਨੇ ਇਹਨਾਂ ਦਾ ਇੱਕ ਰੇਟ ਵੱਜਣਾ ਚਾਹੀਦਾ। ਉਹ ਸਰਕਾਰ ਵੱਲੋਂ ਰੇਟ ਹੋਣਾ ਚਾਹੀਦਾ ਵੀ ਆਹ ਰੇਟ ਤੋਂ ਘੱਟ ਇਹਦੀ ਵਿਕਰੀ ਨਹੀਂ ਹੋਣੀ ਚਾਹੀਦੀ। ਹੁਣ ਲੋਕਡਾਊਨ ਦੇ ਦੌਰਾਨ ਕੀ ਹੋਇਆ, 115 ਤੋਂ 117 ਰੁਪਏ ਦਾ ਰੇਟ ਚੱਲ ਰਿਹਾ ਸੀ ਲੋਕਡਾਊਨ ਤੋਂ ਪਹਿਲਾਂ, ਅਤੇ ਜਦੋਂ ਲੋਕਡਾਊਨ ਸ਼ੁਰੂ ਹੋਇਆ, ਮਹੀਨਾ ਲੰਘਿਆ, 2 ਮਹੀਨੇ ਲੰਘੇ, ਫਾਰਮਰ ਦੇ ਵਿੱਚ ਇੰਨੀ ਜਾਨ ਨਹੀਂ ਹੈ। ਸਾਡੇ ਪੰਜਾਬ ਦੇ, ਹਰਿਆਣਾ ਜਾਂ ਰਾਜਸਥਾਨ, ਜੇ ਅਸੀਂ ਕਿਸੇ ਵੀ ਸਟੇਟ ਦੇ ਫਾਰਮਰ ਨੂੰ ਲੈ ਕੇ ਚੱਲਦੇ ਹਾਂ, ਤਾਂ ਇੰਨੇ ਤਕੜੇ ਫਾਰਮਰ ਨਹੀਂ ਜੋ ਇਹ ਸਹਾਇਕ ਧੰਦੇ ਕਰ ਰਹੇ ਨੇ ਵੀ ਉਹ ਲਗਾਤਾਰ ਆਪਣੇ ਫਾਰਮ ਨੂੰ ਮੇਨਟੇਨ ਕਰ ਸਕਣ ਆਪਦੀ ਜੇਬ 'ਚੋਂ। ਅਤੇ ਉਹ 2 ਮਹੀਨੇ ਦਾ ਉਹਨਾਂ ਨੇ ਦੇਖਿਆ, ਫਾਰਮਰਸ ਨੇ ਦੇਖਿਆ ਵੀ ਕੁਛ ਖੁੱਲ੍ਹਣ ਦਾ ਕੋਈ ਬਣ ਨਹੀਂ ਰਿਹਾ ਅਤੇ ਜਾਨਵਰ ਵਿਕ ਨਹੀਂ ਰਿਹਾ, ਅਤੇ ਫਾਰਮਰ ਨੇ ਆਪਣਾ ਮਾਲ ਸਿੱਟਣਾ ਸ਼ੁਰੂ ਕਰਤਾ। ਅੱਛਾ, 60 ਰੁਪਏ 70 ਰੁਪਏ 115 ਰੁਪਏ ਵਾਲਾ ਮਾਲ ਅਸੀਂ 60 ਰੁਪਏ 70 ਰੁਪਏ ਵੇਚਿਆ, ਤਾਂ ਉਹ ਚੀਜ਼ ਨੂੰ ਲੈ ਕੇ ਤਕਰੀਬਨ 60 ਤੋਂ 70% ਫਾਰਮਰ ਤਾਂ ਉਹ ਲੋਕਡਾਊਨ ਦੇ ਵਿੱਚ ਹੀ ਖਤਮ ਹੋ ਗਿਆ। ਵੈਸੇ ਜੇ ਕਿਤੇ ਕਿੱਤੇ ਦੇ ਤੌਰ 'ਤੇ ਦੇਖੀਏ, ਕਿੱਤੇ ਦੇ ਤੌਰ 'ਤੇ ਕਾਮਯਾਬ ਕੀਤਾ ਇਹ? ਕਿੱਤੇ ਦੇ ਤੌਰ 'ਤੇ ਬਹੁਤ ਕਾਮਯਾਬ ਕੀਤਾ ਵੀਰ। ਬਸ ਸਿਰਫ ਸਾਨੂੰ ਸਰਕਾਰ ਕੰਨਿਓ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਮਾਲ ਉਹ ਡੀਮਾਪੁਰ, ਨਾਗਾਲੈਂਡ ਜਾਂਦਾ, ਉਹਦੇ ਜਾਣ 'ਚ ਕੋਈ ਦਿੱਕਤ ਨਾ ਆਵੇ, ਕਿਉਂਕਿ ਰਸਤੇ 'ਤੇ ਪੁਲਿਸ ਖਰਚੇ ਆ, ਗੁੰਡੇ ਟੈਕਸ ਆ, ਇਹੋ ਜਿਹੀਆਂ ਚੀਜ਼ਾਂ ਤੋਂ ਜੇ ਸਾਨੂੰ ਥੋੜ੍ਹੀ ਜਿਹੀ
ਸਹਾਇਤਾ ਮਿਲ ਜੇ ਪੁਲਿਸ ਕੰਨਿਓ। ਅਸੀਂ ਹੋਰ ਕਿਸੇ ਤਰ੍ਹਾਂ ਦੀ ਮਦਦ ਨਹੀਂ ਚਾਹੁੰਦੇ ਵੀ ਉਹ ਸਾਡਾ ਮਾਲ ਛਡਾ ਕੇ ਆਉਣ ਜਾਂ ਕੁਛ ਵੀ ਕਰਨ। ਰੇਟ ਸਾਨੂੰ ਉੱਥੋਂ ਪ੍ਰੋਪਰ ਮਿਲਦਾ, ਇਹ ਨਹੀਂ ਵੀ ਸਾਨੂੰ ਰੇਟ ਦੀ ਦਿੱਕਤ ਨਹੀਂ ਵੀ ਨਾਗਾਲੈਂਡ ਵਾਲੇ ਸਾਨੂੰ ਰੇਟ ਨਹੀਂ ਦਿੰਦੇ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਦਾ ਵੀ ਕਿਹੜੀ ਕਿਸਮ ਹੈ ਜਿਹੜੀ ਚੰਗੀ ਹੈ? ਕਿਸਮਾਂ ਦਾ ਵੀ ਵੈਰੀਫਾਈ ਹੋ ਗਿਆ ਹੁਣ 9 ਸਾਲ 'ਚ? ਹਾਂਜੀ, ਦੇਖੋ ਆਪਣੇ ਪੰਜਾਬ ਦੇ ਵਿੱਚ ਜੇ ਲੈ ਕੇ ਚੱਲੀਏ ਤਾਂ ਸਭ ਤੋਂ ਵੱਧ ਅੱਜ ਜੋ ਕਿਸਮ ਪਲ ਰਹੀ ਹੈ ਉਹ ਲਾਰਜ ਵਾਈਟ ਯਾਰਕਸ਼ਾਇਰ ਹੀ ਹੈ। ਕਿਉਂਕਿ ਬਰੀਡਸ ਹੋਰ ਵੀ ਆਉਂਦੀਆਂ, ਹੈਂਪਸ਼ਾਇਰ ਆਉਂਦਾ, ਯਾਰਕਸ਼ਾਇਰ ਹੋ ਗਿਆ ਅਤੇ ਲੈਂਡਰਸ ਵੀ ਹੋ ਗਿਆ, ਪਰ ਯਾਰਕਸ਼ਾਇਰ ਨੇ ਆਪਣੇ ਆਪ ਨੂੰ ਪੰਜਾਬ ਦੇ ਵਾਤਾਵਰਨ ਦੇ ਵਿੱਚ ਇੰਨਾ ਢਾਲਿਆ ਹੋਇਆ ਵੀ ਉਹਦੇ ਵਰਗੀ ਗਰੋਥ ਬਾਕੀ ਹੋਰ ਕਿਸੇ ਨਸਲ ਦੀ ਨਹੀਂ ਆ ਰਹੀ। ਕਿਸੇ ਛੋਟੇ ਫਾਰਮਰ ਨੇ ਕੰਮ ਕਰਨਾ ਹੈ, ਮੁੱਢਲੀਆਂ ਗੱਲਾਂ ਕੀ ਹੈ ਵੀ ਥੋੜੇ ਤੋਂ ਸ਼ੁਰੂ ਕਰੋ, ਟ੍ਰੇਨਿੰਗ ਲਓ, ਕੀ ਹੋਰ ਕਰਨਾ? ਦੇਖੋ ਸਭ ਤੋਂ ਪਹਿਲਾਂ ਤਾਂ ਟ੍ਰੇਨਿੰਗ, ਕੰਮ ਕਰਨ ਤੋਂ ਪਹਿਲਾਂ। ਫਿਰ ਜਦੋਂ ਤੁਸੀਂ ਕੰਮ ਕਰਨਾ ਤਾਂ ਮੈਂ ਇਹ ਜ਼ਰੂਰ ਕਹੂੰਗਾ ਵੀ ਕਿਸੇ ਨਾ ਕਿਸੇ, ਜੇ ਤੁਹਾਡੇ ਨਜ਼ਦੀਕ ਕੋਈ ਫਾਰਮਰ ਹੈਗਾ ਕੰਮ ਕਰ ਰਿਹਾ ਪਹਿਲਾਂ ਤੋਂ, ਤਾਂ ਮਹੀਨਾ 20 ਦਿਨ ਉਹਦੇ ਕੋਲੇ ਲਾ ਕੇ ਪ੍ਰੋਪਰ ਫਾਰਮ ਦੇ ਵਿੱਚ ਲਾਓ। ਤੁਸੀਂ ਫ੍ਰੀ, ਇਹ ਨਹੀਂ ਹੁੰਦਾ ਵੀ ਆਪਾਂ ਫ੍ਰੀ ਲਾਉਣ ਚੱਲੇ ਹਾਂ ਉੱਥੋਂ ਕੁਛ ਆਪਾਂ ਲੈਣ ਚੱਲੇ ਹਾਂ। ਫ੍ਰੀ ਲਗਾਓ ਉਹਦੇ ਕੋਲੇ, ਉਹਦੀਆਂ ਬਰੀਕੀਆਂ ਬਾਰੇ ਪੁੱਛੋ ਵੀ ਫੀਡ ਕਿਸ ਤਰ੍ਹਾਂ ਮਿਕਸ ਕਰਨੀ ਹੈ, ਕੀ ਉਹਦੇ ਵਿੱਚ ਪੈਣਾ, ਵੈਕਸੀਨੇਸ਼ਨ ਜੋ ਤੁਹਾਡਾ ਵੀ ਜਿੰਨਾ ਵੀ ਵੈਕਸੀਨੇਸ਼ਨ ਹੁੰਦਾ ਉਹਦਾ ਕੀ ਟਾਈਮਿੰਗ ਆ, ਕੀ ਬੱਚਿਆਂ ਦਾ ਟਰੀਟਮੈਂਟ ਹੋਣਾ। ਇਹ ਚੀਜ਼ਾਂ, ਇਹ ਬਰੀਕੀ ਚੀਜ਼ਾਂ ਨੇ ਜੋ ਇਹ ਚੀਜ਼ਾਂ ਜੇ ਸਿੱਖ ਕੇ ਇੱਕ ਫਾਰਮਰ ਕੰਮ ਕਰਦਾ ਤਾਂ ਇਹਦੇ 'ਚ ਫੇਲ ਹੋਣ ਵਾਲੀ ਕੋਈ ਗੱਲ ਨਹੀਂ। ਅੱਛਾ, ਮੈਂ ਤੁਹਾਨੂੰ ਦੱਸਦਾ ਵੀ ਫੀਡ 'ਚ ਖਾਸੀਅਤ ਕੀ ਹੈ? ਆਪਦੀ ਬਣਵਾਉਂਦੇ ਹੋ, ਲੈਂਦੇ ਹੋ? ਦੇਖੋ ਜੇ ਤੁਸੀਂ ਕੋਈ ਵੀ ਬ੍ਰਾਂਡਡ ਫੀਡ ਖਰੀਦਦੇ ਹੋ ਵੀਰ, ਫਿਰ ਤੁਸੀਂ ਪਿਗਰੀ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ। ਅੱਛਾ, ਕਿਉਂਕਿ ਬ੍ਰਾਂਡਡ ਫੀਡ ਦੇ ਵਿੱਚ ਤੇ ਆਪਣੀ ਮਿਕਸ ਕੀਤੀ ਫੀਡ ਦੇ ਵਿੱਚ ਤੁਹਾਨੂੰ 6 ਤੋਂ 7 ਰੁਪਏ ਦਾ ਡਿਫਰੈਂਸ ਪੈਂਦਾ। ਅੱਛਾ, ਤੇ ਇੱਕ ਜਾਨਵਰ ਜੇ ਰੈਗੂਲਰ ਲਗਾ ਕੇ ਚੱਲੇ ਤਾਂ 2.5 ਕੁਇੰਟਲ ਫੀਡ ਲੈਂਦਾ 100 ਕਿਲੋ ਹੋਣ ਵਾਸਤੇ। ਤੇ ਜੇ ਆਪਾਂ ਬ੍ਰਾਂਡਡ ਫੀਡ ਨੂੰ ਲੈ ਕੇ ਚੱਲਦੇ ਹਾਂ, ਜੇ 6 ਰੁਪਏ ਕਿਲੋ ਦਾ ਵੀ ਫਰਕ ਪੈਂਦਾ ਤਾਂ 2.5 ਕੁਇੰਟਲ ਮਗਰ 1500 ਰੁਪਏ ਦਾ ਫਰਕ ਪੈ ਜਾਂਦਾ ਜੋ ਫਾਰਮਰ ਦੀ ਜੇਬ 'ਚੋਂ ਜਾਣਾ। ਤਾਂ ਕਿਤੇ ਨਾ ਕਿਤੇ ਆਪਣੀ ਫੀਡ ਬਹੁਤ ਜ਼ਿਆਦਾ ਵੇਰੀ ਕਰਦੀ ਹੈ ਇਸ ਚੀਜ਼ 'ਤੇ, ਵੀ ਆਪਣੀ ਫੀਡ ਬਣਾ ਕੇ ਹੀ ਕੰਮ ਸਹੀ ਚੱਲ ਸਕਦਾ। ਤੁਸੀਂ ਮੈਨੂੰ ਇੱਕ ਗੱਲ ਦੱਸੀ ਸੀ ਵੀ ਇਹਨੂੰ 17 ਘੰਟੇ ਤੁਸੀਂ ਸੌਣ ਨੂੰ ਵੀ ਦਿੰਦੇ ਹੋ? ਹਾਂਜੀ। ਤੁਹਾਡੇ ਮਿਊਜ਼ਿਕ ਵੀ ਚੱਲਦਾ ਰਹਿੰਦਾ, ਇਹਦਾ ਕੀ ਕਰਨਾ ਹੈ? ਮਿਊਜ਼ਿਕ ਦਾ ਕਾਰਨ ਕੀ ਵੀ ਅਸੀਂ ਸਿਰਫ 4 ਘੰਟੇ 3 ਤੋਂ 4 ਘੰਟੇ ਫਾਰਮ ਦੇ ਵਿੱਚ ਲਾਉਂਦੇ ਹਾਂ। ਸਵੇਰੇ 6 ਤੋਂ 9 ਜਾਂ 9:30 ਸਾਡਾ ਟਾਈਮਿੰਗ ਹੈ ਜਿਹੜੀ ਅਸੀਂ ਕਲੋਜ਼ ਕਰ ਦਿੰਦੇ ਹਾਂ। 9 ਵਜੇ ਲੌਕ ਲੱਗ ਜਾਂਦਾ ਫਾਰਮ ਨੂੰ। ਮਿਊਜ਼ਿਕ ਚਲਾਉਣ ਦਾ ਕਾਰਨ ਕਿਉਂਕਿ ਮੇਰਾ ਫਾਰਮ ਬਿਲਕੁਲ ਰੋਡ ਦੇ ਉੱਪਰ ਪੈਂਦਾ, ਇੱਥੋਂ ਟ੍ਰੈਫਿਕ ਲੰਘਦੀ ਹੈ, ਬੱਸਾਂ ਗੱਡੀਆਂ ਲੰਘਦੀਆਂ, ਹੌਰਨ ਵੱਜਦੇ ਆ ਜਾਂ ਖੜਕਾ ਹੁੰਦਾ ਕੋਈ ਉਹਨਾਂ ਦਾ, ਬਸ ਉਸ ਤੋਂ ਡਾਇਵਰਟ ਕਰਨ ਵਾਸਤੇ ਹੀ ਮਿਊਜ਼ਿਕ ਲੱਗਿਆ ਹੋਇਆ। ਗਾਣੇ ਸੁਣਦੇ ਆ ਫਿਰ ਉਹ ਸਾਰਾ ਦਿਨ ਮਿਊਜ਼ਿਕ ਚੱਲਦਾ, ਨਿਊਜ਼ ਹੋ ਗਈ, ਜੋ ਵੀ ਡਰਾਮਾ ਹੋ ਗਿਆ, ਕੋਈ ਪ੍ਰੋਗਰਾਮ ਜਿਵੇਂ ਜਿਵੇਂ ਰੇਡੀਓ 'ਤੇ ਚੱਲਦਾ ਉਹ ਚੱਲਦਾ ਰਹਿੰਦਾ। ਅੱਛਾ, ਚੱਲਦਾ ਰਹਿੰਦਾ। ਹਾਂਜੀ। ਛੋਟੇ ਫਾਰਮਰਾਂ ਦੇ ਲਾਇਕ ਹੈ ਧੰਦਾ ਹੈ? ਦੇਖੋ ਛੋਟੇ ਫਾਰਮਰ ਦੇ ਲਾਇਕ ਧੰਦਾ ਲਾਇਕ ਜ਼ਰੂਰ ਹੈ, ਪਰ ਇਹਦੇ ਵਿੱਚ ਥੋੜ੍ਹੀ ਕੋਸਟ ਨਾਲ ਇਹ ਚੱਲਣ ਵਾਲਾ ਹੈ ਨਹੀਂ। ਮੈਂ ਦੇਖੋ ਕੋਈ ਹੁਣ ਅੱਜ ਬੈਠੇ ਆਪਾਂ ਗੱਲਾਂ ਕਰਦੇ ਹਾਂ ਵੀ ਜੇ ਕਹੀਏ ਵੀ ਇੱਕ ਛੋਟਾ ਫਾਰਮਰ ਕੋਈ 5 ਜਾਂ 7 ਲੱਖ ਰੁਪਏ ਦੇ ਨਾਲ ਬੰਦਾ ਇਹ ਕੰਮ ਕਰਕੇ, ਦੇਖੋ ਸਟਾਰਟਿੰਗ ਹੋ ਸਕਦੀ ਹੈ, ਪਰ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ 40 ਤੋਂ 50 ਲੱਖ ਰੁਪਈਆ ਤੁਹਾਨੂੰ ਖਰਚਣਾ ਪੈਣਾ ਇਹਦੇ 'ਤੇ। ਫਿਰ ਇਹਦੇ 'ਚੋਂ ਕੁਛ ਨਿਕਲਦਾ ਨਹੀਂ, ਇਹਦੇ 'ਚੋਂ ਨਿਕਲਣ ਨੂੰ ਕੁਛ ਹੈ ਨਹੀਂ। ਛੋਟਾ ਕੰਮ ਕਰਕੇ ਅਸੀਂ ਨਹੀਂ ਕੱਢ ਸਕਦੇ। ਜਿਹਨੇ ਸ਼ੁਰੂਆਤ ਛੋਟੇ ਤੋਂ ਕਰਨੀ ਚਾਹੀਦੀ। ਸ਼ੁਰੂਆਤ ਤੁਸੀਂ ਚਾਹੇ 5 ਐਨੀਮਲ, 4 ਫੀਮੇਲ ਰੱਖੋ, 1 ਮੇਲ ਰੱਖੋ, ਚਾਹੇ 5 ਤੋਂ ਸਟਾਰਟ ਕਰ ਲਓ, ਪਰ ਤੁਹਾਨੂੰ ਉਹ ਟਾਈਮ ਟੂ ਟਾਈਮ 5 ਤੋਂ ਅਗਲੇ ਸਾਲ 10 ਕਰ ਲਓ, ਫਿਰ 15 ਕਰ ਲਓ, ਵਧਾਉਂਦੇ ਜਾਓ। ਘੱਟ ਤੋਂ ਘੱਟ 30 ਫੀਮੇਲਸ ਲੈ ਕੇ ਜੇ ਤੁਸੀਂ ਚੱਲਦੇ ਹੋ ਤਾਂ ਹੀ ਇੱਕ ਪਰਿਵਾਰ ਦਾ ਖਰਚਾ ਨਿਕਲਦਾ ਅਤੇ ਤੁਸੀਂ ਕੁਛ ਆਪਣੀ ਜੇਬ 'ਚ ਪਾ ਸਕਦੇ ਹੋ। ਇਸ ਤੋਂ ਨੀਚੇ ਜੇ ਤੁਸੀਂ ਸੋਚਦੇ ਹੋ ਵੀ 10 ਜਾਨਵਰ ਰੱਖ ਕੇ 15 ਸੂਰੀਆਂ ਅਸੀਂ ਸੂਣ ਵਾਲੀਆਂ ਰੱਖ ਕੇ ਘਰ ਦੇ ਖਰਚੇ ਵੀ ਚਲਾ ਲਾਂਗੇ ਅਤੇ ਕੁਛ ਬੱਚਤ ਵੀ ਹੋ ਜੂ, ਫਿਰ ਇਹ ਸੋਚਣਾ। ਇਹਦਾ ਕਾਰਨ ਇਹ ਮੈਨੂੰ ਜਦੋਂ ਗੱਡੀ ਗੁੱਡੀ ਭਰਨੀ ਹੁੰਦੀ ਉਦੋਂ ਵੀ ਘੱਟ ਐਨੀਮਲਾਂ ਨੂੰ ਕੋਈ ਚੱਕਦਾ ਨਹੀਂ? ਇਹ ਵੀ ਆਉਂਦੀਆਂ ਦਿੱਕਤਾਂ, ਰੇਟ ਨਹੀਂ ਮਿਲਦਾ ਘੱਟ ਐਨੀਮਲ ਨੂੰ। ਅੱਛਾ, ਮੇਨ ਇਹ ਵੀ ਹੈ। ਮੇਨ ਮੁੱਦਾ ਇਹੀ ਆ ਜਾਂਦਾ, ਜੇ ਤੁਹਾਡੇ ਕੋਲ 10-15 ਜਾਨਵਰ ਆ ਤਾਂ ਕੋਈ ਅੱਜ ਦੀ ਜੋ ਮਾਰਕੀਟ ਆ 125 ਰੁਪਏ ਤੋਂ ਵੱਧ ਰੇਟ ਨਹੀਂ ਦੇ ਰਿਹਾ। ਹੁਣ ਮੈਂ ਗੱਡੀ ਭਰਨੀ ਆ ਤਾਂ ਮੇਰਾ 135 ਰੁਪਏ ਦਾ ਰੇਟ ਹੈ ਅੱਜ ਦਾ। 10 ਰੁਪਏ ਕਿਲੋ ਮੈਂ ਨਹੀਂ ਰੱਖਦਾ ਜੀ। ਮੈਨੇ ਤਾਂ ਵੀ ਉੱਥੇ ਫਾਰਮਰ ਦੀ ਜੇਬ 'ਚ ਕੀ ਜਾਣਾ। ਜੇ ਹੁਣ 10 ਰੁਪਏ ਕਿਲੋ ਉੱਡ ਗਿਆ। ਤੁਹਾਨੂੰ ਸੀਐਮ ਅਵਾਰਡ ਕਿਹੜੀ ਕੈਟਾਗਰੀ 'ਚ ਮਿਲਿਆ? ਸੀਐਮ ਅਵਾਰਡ ਜੋ ਮੈਨੂੰ ਮਿਲਿਆ, ਮੈਂ ਸਟਾਰਟਿੰਗ ਦੇ ਵਿੱਚ ਸਿਰਫ ਬਰੀਡਿੰਗ ਦਾ ਕੰਮ ਕੀਤਾ। ਬਰੀਡਿੰਗ ਦੇ ਵਿੱਚ ਹੀ ਮੈਨੂੰ ਸੀਐਮ ਅਵਾਰਡ ਮਿਲਿਆ, ਪਰ
ਉਸ ਤੋਂ ਥੋੜ੍ਹੇ ਟਾਈਮ ਬਾਅਦ ਹੀ ਮੈਂ ਡਾਇਵਰਟ ਹੋ ਕੇ ਫਿਨਿਸ਼ਰ ਲਾਈਨ ਮੀਟ ਵਾਲੀ ਲਾਈਨ 'ਚ ਆ ਗਿਆ। ਅੱਛਾ। ਕਿਉਂਕਿ ਬਰੀਡਿੰਗ ਦੇ ਵਿੱਚ ਇੱਕ ਫਾਰਮਰ ਨੂੰ ਗੁੰਮਰਾਹ ਕਰਕੇ ਹੀ ਤੁਸੀਂ ਆਪਣੀ ਬਰੀਡ ਵੇਚ ਸਕਦੇ ਹੋ। ਜੇ ਤੁਸੀਂ ਸੱਚ ਬੋਲ ਕੇ ਕੰਮ ਕਰਨਾ ਫਿਰ ਬਰੀਡ ਨਹੀਂ ਵਿਕ ਸਕਦੀ ਤੁਹਾਡੀ, ਕਿਉਂਕਿ ਬਰੀਡ ਦਾ ਪ੍ਰੋਪਰ ਰੇਟ ਹੀ ਨਹੀਂ ਮਿਲਦਾ। ਉਹ ਤਾਂ ਤੁਹਾਨੂੰ ਝੂਠ ਤਮਾਨ ਬੋਲਣਾ ਪੈਣਾ ਵੀ ਤੂੰ ਕੰਮ ਸ਼ੁਰੂ ਕਰ ਲਾ, ਕੋਈ ਲਾਗਤ ਨਹੀਂ ਆਉਂਦੀ, ਕੋਈ ਖਰਚਾ ਨਹੀਂ ਇਹਦੇ 'ਤੇ ਆਉਂਦਾ, ਕੰਮ ਵਧੀਆ ਚੱਲੀ ਜਾਊਗਾ, ਫਿਰ ਤਾਂ ਬਰੀਡ ਤੁਹਾਡੀ ਵਿਕ ਸਕਦੀ ਹੈ। ਜੇ ਤੁਸੀਂ ਸੱਚਾਈ ਦੱਸਣੀ ਆ ਵੀ ਇੱਕ ਜਾਨਵਰ 'ਤੇ 8,500 ਤੋਂ ਲੈ ਕੇ 9,000 ਰੁਪਇਆ ਖਰਚਾ ਆਊਗਾ, ਫਿਰ ਤੁਹਾਡੀ ਬਰੀਡ ਨਹੀਂ ਵਿਕਦੀ। ਕਿਉਂਕਿ ਸਾਡੇ ਫਾਰਮਰ ਦੀ ਹੈਸੀਅਤ ਇੰਨੀ ਹੈ ਨਹੀਂ ਵੀ ਉਹ 200-300 ਜਾਨਵਰ ਰੱਖ ਕੇ 9,000 ਇੱਕ ਨੂੰ ਖਵਾ ਦੇ, ਅਤੇ ਇਸ ਚੀਜ਼ ਦੀ ਫਿਰ ਦਿੱਕਤ ਆਉਂਦੀ ਹੈ। ਤਾਂ ਹੀ ਫੇਲ ਹੋਣ ਦੇ ਮੇਨ ਕਾਰਨ ਇਹੀ ਹੋ ਜਾਂਦਾ। ਵੈਸੇ ਧੰਦਾ ਕਾਮਯਾਬ, ਬਹੁਤ ਕਾਮਯਾਬ ਆ। ਜੇ ਤੁਸੀਂ ਇਸ ਧੰਦੇ ਨੂੰ ਬਰੀਡਿੰਗ ਛੱਡ ਕੇ ਮੀਟ ਲਈ ਤਿਆਰ ਕਰਦੇ ਹੋ, ਮੀਟ ਪਰਪਸ ਲਈ ਤਿਆਰ ਕਰਦੇ ਹੋ, ਫਿਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ। ਜਿੰਨਾ ਮਰਜ਼ੀ ਮਾਲ ਤਿਆਰ ਕਰੋ ਵਿਕਦਾ, ਯਾਨੀ ਕਿ ਡਿਮਾਂਡ ਵਾਧੂ ਹੈ, ਵਾਧੂ ਡਿਮਾਂਡ, ਜਾਨੀ ਕੋਈ ਦਿੱਕਤ ਨਹੀਂ ਹੈ। ਹਾਂ, ਜੇ ਤੁਸੀਂ ਕਹੋ 20 ਕਿਲੋ 30 ਕਿਲੋ ਬੱਚਾ ਕਰ ਲਿਆ ਅਸੀਂ ਵੇਚ ਲਾਂਗੇ, ਉੱਥੇ ਕੋਈ ਇਹਦਾ ਸਟੈਂਡਰਡ ਸਾਈਜ਼ ਕੀ ਮੰਨਿਆ ਜਾਂਦਾ? 90 ਕਿਲੋ। ਉਦੋਂ ਉੱਤੇ ਵੀ ਚੱਲਦਾ ਹੈ? 90 ਕਿਲੋ ਤੋਂ ਲੈ ਕੇ 150 ਕਿਲੋ ਇਹਦਾ ਸਟੈਂਡਰਡ ਸਾਈਜ਼ ਹੈ। ਇਹਦੇ ਵਿੱਚ ਦੋਵਾਂ ਵਿੱਚ ਸੇਲ ਹੁੰਦਾ ਹੈ? ਇਹਦੇ ਵਿੱਚ ਰੈਗੂਲਰ ਚੱਲਦਾ ਰਹਿੰਦਾ। ਠੀਕ ਹੈ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਰੀਕੀਆਂ ਬੇਬਾਕੀ ਨਾਲ ਦੱਸੀਆਂ, ਅਤੇ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਲਈ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਵੰਤ ਸਿੰਘ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਿਆ। ਟ੍ਰੇਨਿੰਗ ਦੇ ਨਾਲ ਨਾਲ ਪ੍ਰੈਕਟੀਕਲ ਤਜਰਬੇ ਵੀ ਤੁਹਾਨੂੰ, ਮੈਨੂੰ ਇਹੀ ਲੱਗਦਾ ਹੁੰਦਾ ਹਮੇਸ਼ਾ ਕਿ ਜਿਹੜੇ ਸਹਾਇਕ ਧੰਦੇ ਹੈ, ਸੂਰਾਂ ਵਾਲਾ ਫੇਲ ਹੋ ਗਿਆ, ਬੱਕਰੀਆਂ ਵਾਲਾ ਫੇਲ ਹੋ ਗਿਆ, ਉਹੀ ਬੱਕਰੀਆਂ ਵਾਲਾ ਅਤੇ ਸੂਰਾਂ ਵਾਲਾ ਕਾਮਯਾਬ ਹੈ, ਉਹਦੇ ਰੀਜ਼ਨਸ ਇਹ ਨੇ। ਸੋ ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।